ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ, ਠੀਕ ਠਾਕ ਹੋ? ਸਲਾਮਤ ਰਵੋ ਤੇ ਖੁਸ਼ ਰਵੋ। ਅੱਜ ਦੀ ਗੇੜੀ ਲਾਈਏ ਫਿਰ। ਆਹ ਵੇਖੋ, ਇਹ ਇੱਕ ਚੌਕ ਹੈ ਤੇ ਇੱਥੇ ਨਾ ਇਹ ਜਿਹੜੇ ਟ੍ਰੈਫਿਕ ਸਿਗਨਲਸ ਨੇ ਇਹਨਾਂ ਦੀ ਕੋਈ ਮੁਰੰਮਤ ਦਾ ਕੰਮ ਹੁੰਦਾ ਪਿਆ, ਤੇ ਜਿਹੜਾ ਠੇਕੇਦਾਰ ਕਰਦਾ ਪਿਆ ਉਹਨੇ ਆਰਜ਼ੀ ਇਸ਼ਾਰੇ ਇੱਥੇ ਲਾਏ ਨੇ, ਔਰ ਜਿਹੜੇ ਉਹਦੇ ਆਰਜ਼ੀ ਇਸ਼ਾਰੇ ਨੇ ਉਹਦੇ ਨਾਲ ਟ੍ਰੈਫਿਕ ਕੰਟਰੋਲ ਹੋ ਰਹੀ ਹੈ। ਔਰ ਉਹਨੇ ਮਤਲਬ ਜਿਹੜੇ ਖੰਭੇ ਦੇ ਨਾਲ ਕੰਮ ਹੁੰਦਾ ਪਿਆ ਉੱਥੇ ਬਾਕਾਇਦਾ ਉਹਨੇ ਉਹਦੇ ਆਸ-ਪਾਸ ਫੈਂਸਿੰਗ ਕੀਤੀ ਹੈ, ਪੈਡੈਸਟਰੀਅਨ ਵਾਸਤੇ ਰਸਤਾ ਬਣਾਇਆ ਹੈ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਕਿਤਾਬ 'ਚ ਲਿਖੀਆਂ ਨੇ ਕਿ ਇਨ ਕੇਸ ਅਗਰ ਕਿਸੇ ਨੇ ਕੋਈ ਰੋਡ ਦੇ ਉੱਤੇ ਕੋਈ ਕੰਮ ਕਰਨਾ ਤਾਂ ਉਹਦਾ ਇਹ ਪ੍ਰੋਟੋਕੋਲ ਹੈ। ਉਹ ਜੋ ਪ੍ਰੋਟੋਕੋਲ ਕਿਤਾਬ 'ਚ ਲਿਖਿਆ ਉਹਨੂੰ ਐਨ ਹੀ ਠੇਕੇਦਾਰ ਪੂਰਾ ਕਰਦਾ ਪਿਆ। ਸੋ ਇਸੇ ਤਰ੍ਹਾਂ ਕੋਈ ਇਮਾਰਤ ਬਣਨੀ ਹੈ, ਕੋਈ ਬਿਲਡਿੰਗ ਬਣਨੀ ਹੈ, ਕੁਝ ਹੈ, ਉਹਦਾ ਜੋ ਪ੍ਰੋਟੋਕੋਲ ਲਿਖਿਆ ਨਾ ਕਿ ਉੱਥੇ ਜਿਹੜਾ ਉਹ ਕੰਸਟਰਕਸ਼ਨ ਦਾ ਸਮਾਨ ਆਉਣਾ ਹੈ ਉਹਦੀ ਵਜ੍ਹਾ ਤੋਂ ਕੋਈ ਰਸਤਾ ਬੰਦ ਨਾ ਹੋਏ, ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਕੋਈ ਉੱਥੋਂ ਮਿੱਟੀ ਨਾ ਉੱਡੇ। ਮਤਲਬ ਜਿਹੜੀ ਬਾਰੀਕ ਤੋਂ ਬਾਰੀਕ ਗੱਲ ਹੈ ਨਾ, ਜਿਵੇਂ ਲਿਖਿਆ ਉਹਨਾਂ ਨੇ ਉਂਝ ਹੀ ਕਰਨਾ। ਔਰ ਇਤਨੇ ਬਿਜ਼ੀ ਸ਼ਹਿਰ ਦੇ ਵਿੱਚ ਮਲਟੀ ਸਟੋਰੀ ਬਿਲਡਿੰਗਾਂ ਬਣ ਰਹੀਆਂ ਨੇ, ਅੱਲਾ ਜਾਣੇ ਕਿੱਧਰੋਂ ਸਮਾਨ ਆਉਂਦਾ ਹੈ, ਕਿੱਥੋਂ ਜਨਾਬ ਉਹ ਸਾਰਾ ਕੁਝ ਸਿਲਸਿਲਾ ਚੱਲ ਰਿਹਾ। ਉਹ ਸਾਰਾ ਕੁਝ ਜਿਹੜਾ ਉਹਨਾਂ ਲੀਕ ਮਾਰੀ ਇਹਨੇ ਜਿਹਦੇ ਅੰਦਰ ਕੰਮ ਹੋਣਾ ਉਹਦੇ ਵਿੱਚ ਹੀ ਸਾਰਾ ਕੁਝ ਹੋਣਾ। ਲੇਕਿਨ ਉੱਥੇ ਕਿਸੇ ਨੂੰ ਕੋਈ ਜਿਹੜਾ ਨਾ ਉਹ ਤਕਲੀਫ ਨਹੀਂ ਹੁੰਦੀ। ਸਾਡੇ ਕੋਲ ਵੀ ਕਵਾਨੀਨ ਹਨ, ਸਾਡੇ ਮੁਲਕਾਂ ਦੇ ਵਿੱਚ ਵੀ, ਪਰ ਉੱਥੇ ਉਹ ਬਸ ਕਿਤਾਬਾਂ 'ਚ ਲਿਖੀ ਹੈ ਜੋ ਕੁਝ, ਅਦਰਵਾਈਜ਼ ਮੌਕੇ 'ਤੇ ਕੱਖ ਵੀ ਨਹੀਂ ਉਹ ਫਾਲੋ ਕੀਤਾ ਜਾਂਦਾ। ਇਹਦੇ ਛੋਟੀਆਂ ਛੋਟੀਆਂ ਗੱਲਾਂ ਨਾ ਆ ਵੇਖੋ ਕਿੱਡੀ ਵੱਡੀ ਗੱਲ ਨਿਕਲ ਆਈ ਹੈ ਕਿ ਸਦਰ ਪਾਕਿਸਤਾਨ ਨੇ ਸਾਈਨ ਹੀ ਨਹੀਂ ਕੀਤੇ ਔਰ ਉਹਦੇ ਸਾਈਨ ਚਲਾ ਕੇ ਤੇ ਕਿਤੇ ਕਾਨੂੰਨ ਹੀ ਪਾਸ ਕਰ ਛੱਡਿਆ। ਇਹ ਮਤਲਬ ਹਾਈਟ ਆਫ ਡਿਲਾਈਟ ਹੈ। ਕੋਈ ਛੋਟੇ ਮੋਟੇ ਕੰਮ ਤਾਂ ਸੁਣੀ ਤੇ ਸਣ ਵੀ ਕਿਸੇ ਕੋਈ ਰੂਪਕਾਰ ਜਾਲੀ ਬਣਾ ਲਈਏ, ਕਿਸੇ ਨੇ ਕਿਸੇ ਕਲਰਕ ਦੇ, ਕਿਸੇ ਅਫਸਰ ਦੇ, ਕੋਈ ਛੋਟੇ ਮੋਟੇ ਦੇ ਕੋਈ ਜਾਲੀ ਸਾਈਨ ਕਰਕੇ ਕੋਈ ਨਿੱਕਾ ਮੋਟਾ ਵਾਰਦਾਤ ਪਾ ਲਈਏ। ਪਰ ਇਹ ਤਾਂ ਅਖੀਰ ਹੀ ਹੋ ਗਈ ਹੈ। ਮਤਲਬ ਸਦਰ ਪਾਕਿਸਤਾਨ ਦੇ ਸਾਈਨ ਕਰਕੇ ਤੇ ਕੋਈ ਬੰਦਾ ਕਿਸੇ ਵੱਡੇ ਅਫਸਰ ਨੂੰ ਵੀ ਛੁੱਟੀ ਕਰਵਾ ਸਕਦਾ ਵੀ ਸਦਰ ਨੇ ਤੈਨੂੰ ਫਾਰਗ ਕਰ ਛੱਡਿਆ, ਤੇ ਫੇਰ ਕੀ ਬਣੇਗਾ? ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਤਮਾਸ਼ਾ ਬਣ ਗਿਆ। ਤੇ ਹੁਣ ਜੋ ਕੁਝ ਪਾਕਿਸਤਾਨ ਦੇ ਵਿੱਚ ਕ੍ਰਿਸਚਨਸ ਦੇ ਨਾਲ ਕੀਤਾ ਨੇ, ਕਿਸ ਕਦਰ ਜ਼ੁਲਮ ਔਰ ਜ਼ਿਆਦਤੀ ਹੈ। ਪਤਾ ਇਹ ਲੱਗਾ ਵੀ ਉਹ ਕੋਈ ਕਿਸੇ ਮੌਲਵੀ ਦੇ ਨਾਲ ਕਿਸੇ ਨੇ ਕੋਈ ਵੀਜ਼ੇ ਦਾ ਲੈਣ ਦੇਣ ਕੀਤਾ ਸੀ, ਪੈਸੇ ਲਏ ਸੋ ਉਹ ਨਾ ਵੀਜ਼ਾ ਲੱਗਾ ਤੇ ਉਹ ਕ੍ਰਿਸਚਨ ਮੁੰਡਾ ਸੀ, ਉਸ ਪੈਸੇ ਵਾਪਸ ਮੰਗਣ ਤੇ ਉਹਨਾਂ ਜਨਾਬ ਆਖਿਆ ਚਲੋ ਪੈਸੇ ਤੈਨੂੰ ਦਿੰਦੇ ਹਾਂ। ਹੁਣ ਪੂਰੀ ਲੋਕੈਲਿਟੀ ਦੇ ਵਿੱਚ ਪੂਰੀ ਮਜ਼ਹਬੀ ਜਿਹੜੀ ਉਹ ਆਬਾਦੀ ਸੀ ਉਹਨਾਂ ਨੇ ਲੁੱਟ ਪੁੱਟ ਕੇ ਉਹ ਕੀਤਾ। ਇਸਲਾਮ ਦਾ ਵੀ ਮਜ਼ਾਕ ਬਣਾ ਛੱਡਿਆ। ਅੱਜ ਉਹ ਖੌਫਨਾਕ ਤੋਂ ਖੌਫਨਾਕ ਗੱਲਾਂ ਸਾਹਮਣੇ ਆਉਂਦੀਆਂ ਨੇ। ਅੱਲਾ ਮਾफ़ ਕਰੇ, ਕੋਈ ਅੱਲਾ ਰਹਿਮ ਕਰੇ। ਮੈਨੂੰ ਤਾਂ ਲੱਗਦਾ ਕਿ ਅਜ਼ਾਬ ਦੀ ਸੂਰਤ ਹੀ ਨਾ ਬਣ ਜੇ ਪਾਕਿਸਤਾਨ ਦੇ ਉੱਤੇ। ਪਹਿਲੇ ਉਹ ਜੱਜ ਸਾਹਿਬ ਨੇ ਉਹ ਜਿਹੜਾ ਉਹ ਘਰ ਉਹਦੀ ਬੀਵੀ ਨੇ ਉਹ ਬੱਚੀ ਦੇ ਨਾਲ ਜੋ ਤਸ਼ੱਦਦ ਕੀਤਾ, ਫਿਰ ਹੁਣ ਪੀਰ ਸਾਹਿਬ ਨੇ ਜੋ ਬੱਚੀ ਦੇ ਨਾਲ ਕਰ ਛੱਡਿਆ। ਤੇ ਜਿਹੜਾ ਲਿਫਟ ਤੋਂ ਜਨਾਬ ਅੱਜ ਏਡੀ ਵੱਡੀ ਆਰਮੀ ਨੇ ਉਹ ਲਿਫਟ ਤੋਂ 2 ਬੱਚੇ ਨਹੀਂ ਉਹ ਲਾ ਸਕੇ, 4 ਬੱਚੇ, ਉਹ ਵੀ ਜਵਾਨ ਦਾ ਬੱਚਾ
ਸਲਾਮ ਹੈ ਉਹਨੂੰ, ਉਸ ਮਾਂ ਨੂੰ ਜਿਹਨੇ ਉਹ ਨੌਜਵਾਨ ਪੈਦਾ ਕੀਤਾ। ਉਹ ਜਾ ਕੇ ਤੇ ਆਪਣੀ ਜਾਨ ਤੇ ਖੇਡ ਕੇ ਤੇ ਉੱਥੋਂ ਲੈ ਆਇਆ। ਇਹਦਾ ਮਤਲਬ ਆਰਮੀ ਜਿਹੜੀ ਹੈ ਉਹ ਜੰਗ ਸ਼ੰਗ ਵਾਸਤੇ ਬਿਲਕੁਲ ਉਹਦੀ ਕੋਈ ਤਿਆਰੀ ਨਹੀਂ। ਖੁਦਾ ਨਾ ਖਾਸਤਾ ਜੰਗ ਹੋ ਜਾਏ ਤੇ ਬੜੀ ਐਮਰਜੈਂਸੀਜ਼ ਹੁੰਦੀਆਂ ਨੇ ਸੋਸਾਇਟੀ ਦੇ ਵਿੱਚ, ਬਹੁਤ ਕੁਛ ਕਰਨਾ ਪੈਂਦਾ। ਇਹਨਾਂ ਕੋਲ ਤਾਂ ਕੋਈ ਇਕੁਇਪਮੈਂਟ ਹੀ ਕੋਈ ਨਹੀਂ, ਕੋਈ ਸ਼ੈ ਹੀ ਕੋਈ ਨਹੀਂ। ਇਸ ਵਾਸਤੇ ਅੱਲਾ ਕਰੇ ਜੰਗਾਂ ਨਾ ਹੀ ਲੱਗਣ। ਜੇ ਜੰਗ ਲੱਗ ਗਈ ਤੇ ਰਿਜ਼ਲਟ ਸਾਫ਼ ਸਾਹਮਣੇ ਲਿਖੇ ਆ। ਇਸ ਵਾਸਤੇ ਭਾਈ ਜਾਗਦੇ ਰਹਿਣਾ, ਇਹਨਾਂ ਤੇ ਨਾ ਰਹਿਣਾ। ਤੇ ਕੈਤੁਰ ਜਾਲੀ ਦਾ ਅਖੀਰ ਦੌਰ ਪੇ ਅਸੀਂ ਵੇਖਦੇ ਹਾਂ। ਪਹਿਲੇ ਅਸੀਂ ਇਹ ਲਫ਼ਜ਼ ਜਿਹੜਾ ਹਿਸਟਰੀ 'ਚ ਪੜ੍ਹੀ ਦਾ ਸੀ, ਕੈਤੁਰ ਜਾਲੀ ਫਲਾਣਾ ਦੌਰ ਗੁਜ਼ਰਿਆ ਜੀ, ਬੜੀ ਕੈਤੁਰ ਜਾਲੀ ਹੋ ਗਈ। ਕੈਤੁਰ ਜਾਲੀ ਦਾ ਮਤਲਬ ਹੈ ਵੀ ਚੰਗੇ ਬੰਦਿਆਂ ਦਾ ਕਾਲ ਪੈ ਜਾਏ ਜਦੋਂ, ਤੇ ਉਹਨਾਂ ਆਖਦੇ ਨੇ ਕੈਤੁਰ ਜਾਲੀ। ਤੇ ਅੱਜ ਜਿੱਥੇ ਨਜ਼ਰ ਪਾਓ ਹਰ ਪਾਸੇ ਜੁਹਲਾ ਹੀ ਬੈਠਣ ਤੇ ਘਟੀਆ ਬੰਦੇ ਬੈਠਣ। ਜੱਜ ਸਾਹਿਬ ਅੱਜ ਆਰਡਰ ਪੇ ਕਰ ਦੇਣ ਤੇ ਅੱਜ ਹੀ ਭੱਜ ਕੇ ਤਿਆਰੀ 'ਚ ਬੈਠਣ ਤੇ ਆ ਕੇ ਤੇ ਬਾਊ ਜੀ ਦੇ ਗੋਡੀ ਲੱਗ ਗਏ ਤੇ ਸਰੇਆਮ ਪੇ ਫਿਰਦੇ ਨੇ। ਹਾਂਜੀ, ਮਰੀਮ ਬੀਬੀ ਉਹਨੂੰ ਖਾਣੇ ਖਵਾ ਰਹੀ ਹੈ ਔਰ ਸਾਡੀ ਜਿਹੜੀ ਜੁਡੀਸ਼ਰੀ ਹੈ ਉਹ ਅਜੇ ਉਹ ਕੇਸ ਸੁਣਦੀ ਫਿਰਦੀ ਹੈ। ਉਹ ਸਮਝਦੀ ਹੈ ਕਿ ਵੀ ਇਹ ਕੋਈ ਸੱਚਾ ਮਤਲਬ ਇਹ ਕਰਕੇ ਗਿਆ ਹੈ ਫੈਸਲਾ, ਬਜਾਏ ਦੇ ਕਿ ਉਹਦੀ ਪੂਛਲ ਨੱਪ ਕੇ ਤੇ ਉਹਨੂੰ ਵਾਪਸ ਛੇਕ ਕੇ ਲੈ ਆਉਣ ਤੇ ਉਹਦੇ ਸਿਰ 'ਚ ਜੁੱਤੀਆਂ ਮਾਰਨ ਵੀ ਤੂੰ ਖੋਤੇ ਦਾ ਬੱਚਾ, ਤੂੰ ਇਹ ਕਿਹੜਾ ਫੈਸਲਾ ਕੀਤਾ ਤੇ ਤੂੰ ਕਿਵੇਂ ਇੱਕ ਪੋਲੀਟੀਕਲ ਪਾਰਟੀ ਦੇ ਜਾ ਕੇ ਤੇ ਗੋਦੀ 'ਚ ਬੈਠਾ ਉਹਨਾਂ ਦੇ ਲੀਡਰ ਦੇ ਅੱਗੇ ਪਿੱਛੇ ਪੈ ਫਿਰਨਾ। ਔਰ ਤੂੰ ਕਿਵੇਂ ਸੋਸ਼ਲ ਮੀਡੀਆ 'ਤੇ ਪਹਿਲੇ ਤੂੰ ਇਮਰਾਨ ਖਾਨ ਦੇ ਖਿਲਾਫ ਜਿਹੜੀ ਉਹ ਬਕ ਕਰਦਾ ਰਿਹਾ ਤੇ ਹੁਣ ਜਾ ਕੇ ਤੂੰ ਉਹ ਆਪਣਾ ਕਮੀਨਾਪਨ ਵਿਖਾ ਕੇ ਤੇ ਦੌੜ ਗਿਆ। ਪਹਿਲੇ ਅਸੀਂ ਛੋਟੇ ਹੁੰਦੇ ਸਨ, ਸੁਣੀਦਾ ਸੀ, ਬੰਦੇ ਲੱਭਦੇ ਹੁੰਦੇ ਸਨ, ਯਾਰ ਫਲਾਣਾ ਥਾਣੇਦਾਰ ਹੈ, ਫਲਾਣਾ ਜੱਜ ਹੈ, ਉਹਦਾ ਕੋਈ ਜਾਣੂ ਹੋਵੇ, ਉਹਨੂੰ ਜਾਂ ਸਿਫਾਰਿਸ਼ ਕਰਵਾਉਣੀ ਹੈ। ਪੈਸੇ ਦੇਣ ਤੇ ਦੂਰ ਦੀ ਗੱਲ ਹੈ ਨਾ ਜੀ, ਸਿਫਾਰਿਸ਼ ਦੇ ਉੱਤੇ ਹੀ ਬੜੇ ਜ਼ੋਰ ਲੱਗਦੇ ਹੁੰਦੇ ਸਨ। ਤੇ ਹੁਣ ਤੇ ਹਰ ਬੰਦਾ ਉਹ ਤਲੀ ਤੇ ਰੱਖ ਕੇ ਬੈਠਾ ਕਿ ਜਨਾਬ ਇਹ ਫਰ ਸੇਲ ਆ, ਮੈਂ ਆਓ ਮੇਰਾ ਦਾਮ ਲਾਓ। ਜਿਵੇਂ ਕਦੀ ਪੁਰਾਣੇ ਦੌਰ ਦੇ ਵਿੱਚ ਅਦਾਲਤਾਂ ਵਿਕਦੀਆਂ ਹੁੰਦੀਆਂ ਸਨ ਨਾ, ਇਹ ਹਿਸਟਰੀ ਦੇ ਵਿੱਚ ਇੱਕ ਇਹ ਵੀ ਦੌਰ ਗੁਜ਼ਰਿਆ ਕਿ ਅਦਾਲਤਾਂ ਜਿਹੜੀਆਂ ਸਨ ਉਹ ਵਿਕਦੀਆਂ ਸਨ ਕਿ ਵੀ ਇਹ ਇਲਾਕਾ ਜਿਹੜਾ ਇਹ ਫਲਾਣਾ ਚੌਧਰੀ ਹੈ, ਤੂੰ ਲੈ ਲੈ ਤੇ ਇੱਥੇ ਤੂੰ ਫੈਸਲਾ ਕਰਿਆ ਕਰ ਤੇ ਇਤਨੇ ਪੈਸੇ ਇਹਦੇ ਬਦਲੇ ਹੀ ਤੂੰ ਹੁਕਮ ਬਾਦਸ਼ਾਹ ਨੂੰ ਦੇਣੇ ਨੇ। ਬਾਦਸ਼ਾਹ ਕਰਦੇ ਸਨ ਨਾ ਇਹਦੀਆਂ ਹਰਕਤਾਂ। ਤੇ ਉਹ ਫਿਰ ਉਸ ਇਲਾਕੇ ਦੇ ਵਿੱਚ ਉਹ ਬਣ ਜਾਂਦਾ ਸੀ ਮੁਨਸਿਫ ਤੇ ਇਨਸਾਫ ਵੇਚਦਾ ਤੇ ਉਹ ਜੋ ਉਹ ਵੇਚ ਵਟ ਕੇ ਜੋ ਲੁੱਟ ਮਾਰ ਉਹਨੂੰ ਲੱਭਦੀ ਉਹ ਕੋਈ ਬਾਦਸ਼ਾਹ ਦੇ ਨਜ਼ਰ ਨਿਆਜ਼ ਕਰਦਾ ਤੇ ਬਾਕੀ ਆਪ ਖਾਂਦਾ। ਤੇ ਉਹ ਦੌਰ ਜਿਹੜਾ ਨਾ ਜੀ, ਉਹ ਜਹਾਲਤ ਦਾ ਦੌਰ, ਉਹ ਫਿਰ ਪਾਕਿਸਤਾਨ ਦੇ ਵਿੱਚ ਬਦਰਜਾ ਆਤਮ ਆ ਮੌਜੂਦ ਹੋਇਆ। ਤੇ ਬਾਬੂ ਜੀ ਦਾ ਤਾਂ ਬੜਾ ਪੁਰਾਣਾ ਵੀ ਸੁਣਦੇ ਆ ਨਾ ਕਿ ਬਾਬੂ ਜੀ ਜਿਹੜੇ ਨੇ ਜੱਜ ਹੀ ਕਰਦੇ ਨੇ, ਵਕੀਲ ਨਹੀਂ ਉਹ ਕਰਦੇ। ਤੇ ਬਾਬੂ ਜੀ ਨੇ ਉਹ ਤਾਰੁਲ ਕਾਦਰੀ ਸੱਚ ਹੀ ਆਖਿਆ, ਬੰਦਾ ਸੱਚਾ ਉਸ ਆਖਿਆ ਕਿ ਬਾਬੂ ਜੀ ਇੱਕ ਦਿਨ ਇਸ ਪਾਕਿਸਤਾਨ ਆਰਮੀ ਨੂੰ ਪੰਜਾਬ ਪੁਲਿਸ ਬਣਾ ਕੇ ਛੱਡ ਸੀ ਤੇ ਉਹ ਕਰ ਛੱਡਿਆ। ਹੁਣ ਆਰਮੀ ਵੀ ਪੰਜਾਬ ਪੁਲਿਸ ਬਣੀ ਪਈ ਹੈ। ਸਾਈਫਰ ਦੇ ਉੱਤੇ ਹੀ 100 ਇਹਨਾਂ ਕਲਾਬਾਜ਼ੀਆਂ ਮਾਰੀਆਂ। ਪਹਿਲੇ ਇਹਨਾਂ ਆਖਿਆ ਸਾਈਫਰ ਸੱਚ ਹੈ, ਫਿਰ ਇਹਨਾਂ ਆਖਿਆ ਸਾਈਫਰ ਗਲਤ ਹੈ। ਹੁਣ ਜਨਾਬ ਉਹ ਜਿਨ੍ਹਾਂ ਦਾ ਸਾਈਫਰ ਹਾਂ ਉਹ ਨਹੀਂ ਆਖ ਛੱਡਿਆ ਠੀਕ ਹੈ। ਹੁਣ ਤਾਂ ਪਬਲਿਸ਼ ਹੀ ਹੋ ਗਿਆ ਨਾ ਜੀ, ਉਹਦਾ ਲਫ਼ਜ਼ ਹੀ ਪਬਲਿਸ਼ ਹੋ ਗਏ ਨੇ।
ਤੇ ਉਹਦੇ ਵਿੱਚ ਸਾਈਫਰ 'ਚ ਪਾਕਿਸਤਾਨ ਦੇ ਜਰਨੈਲਾਂ ਵਾਸਤੇ ਜਿਹੜਾ ਲਫ਼ਜ਼ ਯੂਜ਼ ਕੀਤਾ ਗਿਆ ਨਾ, ਉਹ ਕੁੱਤੇ ਦਾ ਯੂਜ਼ ਕੀਤਾ ਗਿਆ। ਅਤੇ ਇਮਰਾਨ ਖਾਨ ਨੂੰ ਇਸ ਦੇ ਉੱਤੇ ਬੜਾ ਕੌੜ ਲੱਗੀ। ਅਤੇ ਉਹ ਕੁੱਤਿਆਂ ਆਖਿਆ ਨਹੀਂ ਜੀ ਸਾਨੂੰ ਕੁੱਤ ਬਿੱਲਾ ਆਖਦੇ ਰਹਿੰਦੇ ਨੇ, ਕੋਈ ਐਸੀ ਗੱਲ ਨਹੀਂ। ਪਰ ਇਮਰਾਨ ਖਾਨ ਨਾਰਾਜ਼ ਹੋ ਗਿਆ। ਉਸ ਕੌਮੀ ਗੈਰਤ ਦਾ ਜਿਹੜਾ ਇਜ਼ਹਾਰ ਕੀਤਾ ਅਤੇ ਉਹ ਕੁੱਤੇ ਜਿਹੜੇ ਨੇ ਉੱਠ ਕੇ ਉਹਨੂੰ ਹੀ ਚੱਕ ਮਾਰ ਗਏ। ਗੈਰਤ ਹੀ ਮੁਕਾ ਛੱਡੀ ਨੇ। ਇਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜੀ ਕਿ ਤੁਹਾਡੀ ਹਿਫਾਜ਼ਤ ਕਰਨ ਦੇ। ਇਹਨਾਂ ਤੋਂ ਇਹ ਉਮੀਦ ਰੱਖੋ ਕਿ ਇਹ ਤੁਹਾਨੂੰ ਨੰਗਿਆਂ ਕਰਨ ਦੇ, ਨੰਗਿਆਂ ਕਰ ਦੇਣ ਪਏ ਅਤੇ ਕੌਮ ਦੀ ਮੁਜਰਮਾਨਾ ਖਾਮੋਸ਼ੀ ਦੀ ਵਜ੍ਹਾ ਤੋਂ ਕਹਿਰੇ ਖੁਦਾਬੰਦੀ ਹੈ ਇਸ ਕੌਮ ਦੇ ਉੱਤੇ। ਚੰਗਾ ਜੀ, ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਨਾਲ। ਅਤੇ ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਦੀ ਅਮਾਨ ਹੋਵੇ ਤੁਹਾਡੇ 'ਤੇ। ਅੱਲਾ ਹਾਫਿਜ਼।